आओ मनोबिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का बख्शिया फतेह का नारा करिए बुलंद उपरंत बाणी की विचार नाल जुड़ना करांगे। गज के आखिए जी वाहिगुरू जी का खालसा वाहिगुरू जी की फतेह। सतनाम श्री वाहिगुरू साहिब जीओ। माज महला तीजा सब घाटे आपे भोगन हारा। अलख वरतै अगामी अपार सब घाटे आपे भोगन हारा। अलख वरतै अगामी अपार गुर कै शब्द मेरा हर प्रभ ध्याइयै। सहजे सच समावनिया हो वारी जियो वारी। गुर शब्द मन वसावनिया शब्द सूझै ता मन स्यों लूझै। मनसा मार समावनिया रहाओ शब्द सूझै ता मन स्यों लूझै। मनसा मार समावनिया वाहिगुरू। ये पवित्र शब्द तीसरे पातशाह निमाणियां दे मान सतगुरु धन धन श्री गुरु अमरदास महाराज जी का उचारण किया होया जो आप जी ने सरवण किया। चल रही लड़ीवार कथा मुताबक सतगुरु पातशाह जी बख्शिश कर रहे हैं जो श्री ग्रंथ साहिब जी के पवित्र अंग 113 उपर सुभायमान है। धन धन श्री गुरु अमरदास महाराज जी जिन्हों ने 12 साल गुरु के चरणों में घालना घाली सेवा की जल पानी की होर गुरु घर दीयां सेवावां दी जिन्हों करके उन्होंने ज्ञान प्राप्त होया। गुरु के चरणों नाल जुड़े तो गुरु के कोलों गुरता गद्दी भी प्राप्त की और फिर अगे संसार का मार्गदर्शन भी किया। तो बख्शिश करते हैं कि वह परिपूर्ण परमेश्वर परमात्मा जो है आप ही सारिया घटां विच वरतन वाला है। घट कहते हैं हिरदे नूं सारिया दे हिरदे विच उसे दा ही वासा है। नमो जोग जोगे नमो भोग भोगे। जोगियां विच जुड़न वाला भी वो आप ही है आप दे नाल। गृहस्थियां विच आप ही वो भोगां नूं रसां नूं भोगण वाला है। नमो सर्व करता नमो सर्व हरता वो आप ही शरीरां नूं साजण वाला है आप ही ढाउण वाला है। नमो सर्व काले नमो सर्व पाले आप ही मारन वाला है आप ही पालण वाला है। जाप साहब दे विच पातशाह जी ने बेअंत बचन इदां बख्शिश कीते आ। इसे तरह ही गुरु अमरदास कह रहे हैं कि सारिया घटां दे विच वो आप वरत रहा है। अलख वरत है पर लखिया नहीं जाता देखण विच नहीं आ रहा समझ नहीं आ रही जानना बड़ा मुश्किल है। अगम अपारा अगम रस्तियां तो रहत अगम परे तो परे अपारा जिहदा कोई अंत नहीं है पारावार नहीं है। हजे नदी का कोई किनारा दिस जाता सागरां दा जिवें किनारा नहीं दिसदा चलो उहनूं भी कोई पार कर लैंदा जहाज़ां राहीं पर परमेश्वर का पारावार नहीं पाया जा सकता। इस करके उसनूं
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅਪਾਰਾ ਕਹਿੰਦੇ ਹੈ, ਪਾਰਾਵਾਰ ਰਹਿਤ, ਜਿਸ ਦਾ ਅੰਤ ਨਾ ਪਾਇਆ ਜਾਵੇ, ਫਿਰ ਉਸ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ? ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ, ਜਾਣ ਕੇ ਦੱਸਿਆ ਨਹੀਂ ਜਾ ਸਕਦਾ। ਫਿਰ ਅੱਗੇ ਉਸ ਨੂੰ ਜਾਣ ਕੇ ਉਹਦੇ ਵਿੱਚ ਮਿਕਸ ਹੋ ਜਾਂਦਾ, ਜੀਵ ਦੱਸਣ ਜੋਗਾ ਨਹੀਂ ਰਹਿੰਦਾ। ਜਿਸ ਤਰ੍ਹਾਂ ਕੋਈ ਲੂਣ ਦੀ ਡਲੀ ਸਮੁੰਦਰ ਦਾ ਥਾਹ ਪਾਉਣ ਜਾਵੇ ਤੇ ਸਮੁੰਦਰ ਦਾ ਥਾਹ ਪਾਉਂਦੀ ਪਾਉਂਦੀ ਉਹ ਸਮੁੰਦਰ ਦੇ ਪਾਣੀ ਵਿੱਚ ਹੀ ਖੁਰ ਜਾਂਦੀ ਆ। ਉਸੇ ਤਰ੍ਹਾਂ ਹੀ ਇਹ ਜੀਵ ਜਦੋਂ ਉਸ ਪਰਮੇਸ਼ਰ ਵੱਲ ਚੱਲਦਾ ਹੈ, ਤੇ ਬਾਣੀ ਵਿੱਚ ਪਾਤਸ਼ਾਹ ਲਿਖਦੇ ਆ, ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ। ਜਿਹੜੇ ਉਸ ਪਰਮੇਸ਼ਰ ਦੇ ਅੰਤ ਨੂੰ ਪਾਉਣ ਗਏ, ਉਹਨਾਂ ਨੇ ਆਪਣਾ ਆਪਾ ਖਤਮ ਕਰ ਲਿਆ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਉਹ ਹਰੀ ਦੇ ਪਿਆਰੇ ਹਰੀ ਵਿੱਚ ਮਿਲ ਕੇ ਹਰੀ ਦਾ ਰੂਪ ਹੋ ਗਏ। ਉਹ ਪਰਿਪੂਰਨ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਵਿੱਚ ਇੱਕਮਿਕ ਹੋ ਗਏ ਗੁਰੂ ਦੀ ਕਿਰਪਾ ਲੈ ਕੇ। ਕਿਉਂਕਿ ਗੁਰੂ ਅਮਰਦਾਸ ਜੀ ਨੂੰ ਪਤਾ ਹੈ, ਉਹਨਾਂ ਨੇ 60-65 ਸਾਲ ਜਿਹੜੇ ਜ਼ਿੰਦਗੀ ਦੇ ਹਰਿਦੁਆਰ ਦੀ ਯਾਤਰਾ 'ਚ ਹੀ ਲਾ ਦਿੱਤੇ। ਕਈ ਵਾਰ ਹਰਿਦੁਆਰ ਗਏ ਔਰ ਹਿੰਦੂ ਮਤ ਦੇ ਲੋਕਾਂ ਮੁਤਾਬਕ ਇਹ ਖਿਆਲ ਸੀਗਾ ਬਈ ਗੰਗਾ ਹੀ ਮੁਕਤੀ ਕਰਦੀ ਹੈ। ਹੁਣ ਵੀ ਹਿੰਦੂ ਲੋਕ ਕਹਿੰਦੇ ਆ ਗੰਗਾ ਮੁਕਤੀ ਕਰਦੀ ਹੈ। ਜੇ ਤੁਸੀਂ ਆਪਣੇ ਮਰਿਆਂ ਹੋਇਆਂ ਦੇ ਫੁੱਲ ਗੰਗਾ 'ਚ ਪਾਓਗੇ ਉਹਦੀ ਮੁਕਤੀ ਹੋ ਜੂਗੀ, ਪਰ ਨਹੀਂ। ਭਰਮਾਂ ਭੁਲੇਖਿਆਂ ਡਰਾਂ ਤੋਂ ਮੁਕਤੀ ਜਿਹੜੀ ਆ ਉਹ ਗਿਆਨ ਤੋਂ ਬਗੈਰ ਨਹੀਂ ਹੋ ਸਕਦੀ, ਅਤੇ ਗਿਆਨ ਗੁਰੂ ਤੋਂ ਬਗੈਰ ਨਹੀਂ ਹੋ ਸਕਦਾ। ਇਸ ਗੱਲ ਦਾ ਪਤਾ ਸਤਿਗੁਰੂ ਅਮਰਦਾਸ ਜੀ ਨੂੰ ਉਦੋਂ ਲੱਗਿਆ ਜਦੋਂ ਇੱਕ ਬ੍ਰਹਮਚਾਰੀ ਉਹਨਾਂ ਦਾ ਹੀ ਦੋਸਤ ਮਿੱਤਰ ਚੋਟ ਕਰ ਗਿਆ ਹਿਰਦੇ 'ਤੇ, ਇਹ ਕਹਿ ਕੇ ਕਿ ਅਮਰਦਾਸ ਤੇਰਾ ਗੁਰੂ ਕੌਣ ਹੈ? ਕਿ ਅਮਰਦਾਸ ਜੀ ਨੇ ਸਹਿਜ ਸੁਭਾਅ ਕਹਿ ਦਿੱਤਾ ਵੀ ਆਪਾਂ ਨੂੰ ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ 'ਤੇ ਜਾਂਦੇ ਹਾਂ, ਆਪਣੀ ਤਾਂ ਗੰਗਾ ਮੁਕਤੀ ਕਰੂਗੀ। ਤਾਂ ਉਹ ਬ੍ਰਹਮਚਾਰੀ ਮਾਨੋ ਪਰਮੇਸ਼ਰ ਹੀ, ਜਿਵੇਂ ਇੱਥੇ ਲਿਖਦੇ ਹੈ, ਸਭ ਘਟ ਆਪੇ ਭੋਗਣ ਹਾਰਿਆ, ਸਾਰਿਆਂ ਵਿੱਚ ਉਹੀ ਵਸਦਾ। ਕਿਸੇ ਨੂੰ ਕਿਸੇ ਦੇ ਰਾਹੀਂ ਰਸਤਾ ਦੱਸ ਜਾਂਦਾ ਹੈ, ਪਰ ਉਹ ਦਿਸਦਾ ਨਹੀਂ। ਕਿਸੇ ਦੇ ਰਾਹੀਂ ਕਿਸੇ ਦਾ ਮਾਰਗ ਦਰਸ਼ਨ ਕਰ ਦਿੰਦਾ ਹੈ, ਪਰ ਹੈ ਅਲੱਖ, ਲਖਿਆ ਨਾ ਜਾਏ। ਅਤੇ ਜੇ ਲਖਣਾ ਹੈ ਤਾਂ ਫਿਰ ਗੁਰੂ ਕਿਰਪਾ ਕਰੇਗਾ, ਜਾਂ ਫਿਰ ਜਿਸੈ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਖ ਵਖਾਣੈ। ਜਿਹਨੂੰ ਉਹ ਜਨਾਵੇ ਉਹੀ ਜਾਣ ਸਕਦਾ। ਜਿਵੇਂ ਤੁਸੀਂ ਕਿਸੇ ਨੂੰ ਆਪ ਦਾ ਭੇਦ ਦਿਓਗੇ ਤਾਂ ਉਹ ਭੇਦ ਆਊਗਾ, ਨਹੀਂ ਤਾਂ ਕੀ ਆਊਗਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਭੇਦ ਜੇ ਪਰਮੇਸ਼ਰ ਦੇਵੇ ਤਾਂ ਫੇਰ ਹੀ ਆਉਂਦਾ, ਅਤੇ ਪਰਮੇਸ਼ਰ ਗੁਰੂ ਰਾਹੀਂ ਕਿਰਪਾ ਕਰਦਾ। ਇਸ ਕਰਕੇ ਸਤਿਗੁਰੂ ਅਮਰਦਾਸ ਜੀ ਨੂੰ ਜਿਸ ਵੇਲੇ ਉਸ ਬ੍ਰਹਮਚਾਰੀ ਨੇ ਕਿਹਾ ਕਿ ਅਮਰਦਾਸ ਤੇਰਾ ਗੁਰੂ ਕੌਣ ਹੈ, ਅਤੇ ਇਹਨਾਂ ਨੇ ਕਿਹਾ ਆਪਾਂ ਨੂੰ ਗੁਰੂ ਦੀ ਕੀ ਲੋੜ ਹੈ, ਤਾਂ ਐਡੀ ਵੱਡੀ ਉਹ ਚੋਟ ਕਰ ਗਿਆ ਕਿ ਸਾਰੀ ਰਾਤ ਗੁਰੂ ਅਮਰਦਾਸ ਜੀ ਨੂੰ ਤੜਫਣੀ ਲੱਗੀ ਰਹੀ। ਉਹ ਕਹਿੰਦਾ ਜਾ ਅਮਰਦਾਸ ਤੂੰ ਹਜੇ ਨਗੁਰਾ ਹੀ ਆ, 65 ਸਾਲ ਦੀ ਉਮਰ ਹੋ ਗਈ, ਅਤੇ ਆਪਾਂ ਵੀ ਦੇਖ ਲਓ ਕਿੰਨੀਆਂ ਕਿੰਨੀਆਂ ਉਮਰਾਂ ਹੋ ਗਈਆਂ, ਹਜੇ ਗੁਰੂ ਵਾਲੇ ਬਣਨ ਦੀ ਸਲਾਹ ਨਹੀਂ ਕੀਤੀ। ਅਤੇ ਇਹ ਚੋਟ ਸਤਿਗੁਰੂ ਅਮਰਦਾਸ ਜੀ ਦੇ ਦਿਲ 'ਤੇ ਐਸੀ ਹੋਈ ਕਿ ਸਾਰੀ ਰਾਤ ਫਿਰ ਗੁਰੂ ਲੱਭਣ ਦੇ ਖਿਆਲ ਚੱਲਦੇ ਰਹੇ, ਸੋਚਾਂ ਚੱਲਦੀਆਂ ਰਹੀਆਂ। ਅਖੀਰ ਘਰੋਂ ਹੀ ਦੱਸ ਪੈ ਗਈ ਤੜਕੇ, ਜਦੋਂ ਬੀਬੀ ਅਮਰੋ ਦੇ ਨਾਲ ਗੱਲ ਕੀਤੀ, ਜੋ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ। ਉਹਨਾਂ ਨੇ ਦੱਸਿਆ ਫਿਰ ਕੀ ਹੋਇਆ ਪਿਤਾ ਜੀ, ਮੇਰੇ ਪਿਤਾ ਜੀ ਇਹ ਗੁਰਤਾ ਗੱਦੀ 'ਤੇ ਬੈਠੇ ਹਨ, ਗੁਰੂ ਨਾਨਕ ਦੀ ਗੱਦੀ 'ਤੇ ਉਹ ਡਿਊਟੀ ਕਰ ਰਹੇ ਆ ਸੰਗਤਾਂ ਨੂੰ ਜੋੜਨ ਦੀ। ਤੁਸੀਂ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਗੁਰੂ ਧਾਰਨ ਕਰ ਲਓ। ਤਾਂ ਅਮਰਦਾਸ ਜੀ ਫਿਰ ਗੁਰੂ ਅੰਗਦ ਦੇਵ ਜੀ ਕੋਲ ਗਏ।
ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਭਾਵੇਂ ਕਿ ਪਹਿਲਾਂ ਵੇਖਿਆ ਕੁੜਮ ਆ ਰਿਹਾ ਹੈ, ਪਰ ਨਹੀਂ, ਜਦੋਂ ਖੜੇ ਹੋ ਕੇ ਗਲਵੱਕੜੀ 'ਚ ਲੈਣ ਲੱਗੇ ਤੇ ਗੁਰੂ ਅਮਰਦਾਸ ਜੀ ਅੱਜ ਕੁੜਮ ਬਣ ਕੇ ਨਹੀਂ ਗਏ, ਸੇਵਕ ਬਣ ਕੇ ਗਏ ਤੇ ਉਹਨਾਂ ਦੇ ਪੈਰੀਂ ਪੈ ਗਏ। ਔਰ ਪੈਰੀਂ ਪੈ ਕੇ ਕਹਿੰਦੇ ਆ ਕਿ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਸਿੱਖ ਬਣਾਓ, ਆਪਣਾ ਸਿੱਖਿਆ ਦਿਓ, ਬਖਸ਼ਿਸ਼ ਕਰੋ। ਤਾਂ ਗੁਰੂ ਪਿਆਰਿਓ, ਸਤਿਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ ਤੇ ਫਿਰ ਹੁਣ ਸਾਨੂੰ ਵੀ ਦੱਸਣ ਜੋਗੇ ਹੋ ਗਏ। ਉਹ 12 ਸਾਲ ਲਗਾਤਾਰ ਜਲ ਢੋਇਆ, ਕਿਰਪਾ ਹੋਈ ਪਰਮੇਸ਼ਰ ਦੀ, ਉਹਨਾਂ ਦੇ ਅੰਦਰੋਂ ਸ਼ਕਤੀ ਵਰਤ ਗਈ ਪਰਮੇਸ਼ਰ ਦੀ। ਤੇ ਫਿਰ ਦੱਸਣ ਲੱਗੇ ਸਾਨੂੰ ਕਿ ਦੇਖੋ, ਮੈਨੂੰ ਵੀ ਇੱਕ ਬ੍ਰਹਮਚਾਰੀ ਜਾਂਦਾ ਜਾਂਦਾ ਦੱਸ ਗਿਆ, ਅਸਲ ਵਿੱਚ ਪਰਮੇਸ਼ਰ ਹੀ ਕਿਰਪਾ ਕਰ ਗਿਆ। ਸਭ ਘਟ ਆਪੇ ਭੋਗਣ ਹਾਰਾ, ਅਲਖ ਵਰਤੈ ਅਗੰਮ ਅਪਾਰਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਾਰਿਆਂ ਘਟਾਂ ਦੇ ਵਿੱਚ ਵਰਤਦਾ ਹੈ, ਸਾਰਿਆਂ ਜੀਵਾਂ ਦੇ ਵਿੱਚ ਉਸੇ ਦਾ ਹੀ ਵਾਸਾ ਹੈ। ਕਿਤੇ ਕੁਛ ਕਰ ਰਿਹਾ, ਕਿਤੇ ਕੁਛ ਕਰ ਰਿਹਾ ਹੈ। ਉਹ ਆਪ ਸਭ ਕੁਝ ਕਰਨ ਵਾਲਾ ਹੈ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਪਰ ਉਹਦੀ ਜਾਣਕਾਰੀ ਗੁਰੂ ਦੇ ਰਾਹੀਂ ਹੋਣੀ ਹੈ, ਗੁਰੂ ਵਾਲੇ ਬਣ ਕੇ ਹੋਣੀ ਹੈ। ਗੁਰੂ ਕਿਰਪਾ ਕਰੂਗਾ ਫਿਰ ਉਹਦੀ ਸਮਝ ਆਉਣੀ ਹੈ। ਗੁਰੂ ਨੇ ਸਮਝਾਉਣਾ ਹੈ। ਗੁਰੂ ਦੇ ਸ਼ਬਦ ਨਾਲ, ਭਾਵ ਗੁਰੂ ਦੇ ਮੰਤਰ ਨਾਲ, ਜੋ ਗੁਰੂ ਨੂੰ ਪੁੱਛਾਂਗੇ ਗੁਰੂ ਫਿਰ ਸਾਡਾ ਮਾਰਗ ਕਰੂਗਾ। ਜਦ ਗੁਰੂ ਮਾਰਗ ਦਰਸ਼ਨ ਕਰੂਗਾ ਫਿਰ ਸੋਝੀ ਆਊਗੀ। ਗੁਰੂ ਦੀ ਮੋਹਰ ਲੱਗੇ ਬਿਨਾਂ ਗੱਲ ਨਹੀਂ ਬਣਦੀ। ਤੇ ਗੁਰੂ ਵੀ ਜਿਹੜਾ ਹੈ ਸੱਚ ਨਾਲ ਜੁੜਿਆ ਹੋਵੇ। ਕੈਸਾ ਹੋਵੇ? ਜੈਸਾ ਲਿਖਿਆ ਪ੍ਰੀਤਮ ਨੇ ਬਾਣੀ ਵਿੱਚ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਧਨ ਹੈ ਉਹ ਜਿਨ੍ਹਾਂ ਨੂੰ ਦਿਨ ਰਾਤ ਸਵਾਸ ਸਵਾਸ ਪਰਮੇਸ਼ਰ ਨਹੀਂ ਵਿਸਰਦਾ, ਤੇ ਉਹ ਪਰਮੇਸ਼ਰ ਦੇ ਰੂਪ ਹੋ ਜਾਂਦੇ ਆ। ਉਹੀ ਪੂਰਨ ਸੰਤ ਹੈ। ਸਹੀ ਪਿਆਰਿਆਂ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਤਾਂ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਗੁਰ ਕੈ ਸ਼ਬਦ, ਗੁਰੂ ਵਾਲੇ ਬਣ ਕੇ ਮੇਰਾ ਹਰ ਪ੍ਰਭ ਧਿਆਈਆ, ਫਿਰ ਸਿਮਰੋ। ਆਪ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਆ। ਕੋਈ ਮੰਨੇ ਜਾਂ ਨਾ ਮੰਨੇ, ਇਹ ਉਹਦੀ ਮਰਜ਼ੀ ਆ। ਪਰ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ, ਗੁਰੂ ਗੋਬਿੰਦ ਸਿੰਘ ਦੀ ਗੱਲ ਨਹੀਂ ਮੰਨਦੇ ਗੁਰਮਤਿ ਮੁਤਾਬਕ, ਉਹਨਾਂ ਚਿਰ ਅਸੀਂ ਅਧੂਰੇ ਹਾਂ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਣਿਆ। ਜਿੱਦਾਂ ਗੁਰੂ ਦੇ ਚਰਨੀ ਲੱਗ ਗਏ, ਜਿੱਦਾਂ ਗੁਰੂ ਨੇ ਰਸਤਾ ਦੱਸ ਦਿੱਤਾ ਸਾਨੂੰ, ਫਿਰ ਸਾਡਾ ਸਿਮਰਿਆ ਹੋਇਆ ਸਫਲਾ ਹੋ ਜਾਣਾ ਹੈ। ਔਰ ਇਉਂ ਜਪਦੇ ਜਪਦੇ ਉਹਦੇ ਵਿੱਚ ਮਿਲ ਜਾਣਾ ਹੈ। ਸਹਿਜੇ ਭਾਵ ਹੱਠ ਯੋਗ ਨਹੀਂ, ਕੋਈ ਘਰ-ਬਾਰ ਛੱਡ ਕੇ ਕੋਈ ਜੰਗਲਾਂ ਵਿੱਚ ਨਹੀਂ ਜਾਣਾ, ਧੂਣੀਆਂ ਨਹੀਂ ਤਾਪਣੀਆਂ, ਜਲ ਧਾਰੀ ਨਹੀਂ ਕਰਨੇ, ਸਰੀਰ ਨੂੰ ਦੁੱਖ ਨਹੀਂ ਦੇਣਾ। ਸਹਿਜਯੋਗ ਹੁੰਦਾ ਹੈ ਸਹਿਜੇ ਹੀ। ਗ੍ਰਸਤੀ ਜੀਵਨ ਦੀਆਂ ਡਿਊਟੀਆਂ ਨਿਭਾਉਂਦੇ ਹੋਏ, ਗ੍ਰਸਤੀ ਜੀਵਨ ਨੂੰ ਛੱਡਣ ਦੀ ਲੋੜ ਨਹੀਂ। ਗ੍ਰਸਤੀ ਜੀਵਨ ਦੇ ਵਿੱਚੇ ਰਹਿੰਦੇ ਹੋਏ ਉਸ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ, ਗੁਰੂ ਤੋਂ ਮਾਰਗ ਦਰਸ਼ਨ ਲੈ ਕੇ। ਜਿਵੇਂ ਪ੍ਰੀਤਮ ਲਿਖਦੇ ਆ, ਹੱਸਦੇ ਆ, ਖਿਲੰਦੇ ਆ, ਪਹਿਨਦੇ ਆ, ਗਾਵੰਦੇ ਆ। ਹੱਸਦੇ ਆ, ਖਿਲੰਦੇ ਆ, ਪਹਿਨਦੇ ਆ, ਕਮੰਦੇ ਆ, ਵਿੱਚੇ ਹੋਵੇ ਮੁਕਤ। ਜਿਸ ਤਰ੍ਹਾਂ ਮਾਇਆ ਨੂੰ ਜੋੜਨ ਵਾਸਤੇ, ਮਾਇਆ ਪ੍ਰਾਪਤ ਕਰਨ ਵਾਸਤੇ ਬੰਦਾ ਉਦਮ ਕਰਦਾ ਹੈ, ਇਹ ਇੱਕ ਪਹੀਆ ਹੈ ਗੱਡੀ ਦਾ, ਜ਼ਿੰਦਗੀ ਦਾ। ਲੇਕਿਨ ਦੂਜਾ ਪਹੀਆ ਜਿਹੜਾ ਹੈ, ਇਸੇ ਤਰ੍ਹਾਂ ਨਾਮ ਜਪਣਾ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਹੱਸਦੇ ਆ, ਖਵੰਦੇ ਆ, ਪਹਿਨਦੇ ਆ, ਖਵੰਦੇ ਆ, ਵਿੱਚ ਹੀ ਹੋਵੇ ਮੁਕਤ। ਇਹਦੇ ਵਿੱਚੇ ਰਹਿੰਦਿਆਂ ਹੋਇਆਂ ਸਾਡੀ ਮੁਕਤੀ ਹੋ ਸਕਦੀ ਆ। ਸਹਿਜ ਯੋਗ ਦੀ ਲੋੜ ਹੈ, ਨਾ ਕਿ ਹੱਠ ਯੋਗ ਦੀ।
ਪੁਰਾਣੇ ਜੋਗੀਆਂ ਨੇ ਕਿਹਾ ਕਿ ਰੱਬ ਨੂੰ ਪਾਉਣ ਵਾਸਤੇ ਸਾਨੂੰ ਘਰ-ਬਾਰ ਤਿਆਗਣਾ ਪੈਣਾ, ਜੰਗਲਾਂ ਵਿੱਚ ਜਾਣਾ ਪੈਣਾ। ਗ੍ਰਸਤੀ ਜੀਵਨ ਨਰਕਾਂ ਦਾ ਘਰ ਹੈ, ਇਹ ਰੱਬ ਨੂੰ ਨਹੀਂ ਮਿਲਾ ਸਕਦਾ। ਉਹ ਉਹਨਾਂ ਦੀ ਖਿਆਲ ਸੀ, ਉਹਨਾਂ ਦੀ ਸੋਚ ਸੀ। ਪਰ ਧੰਨ ਗੁਰੂ ਪਾਤਸ਼ਾਹ ਜੀ ਬਣ 'ਚ ਕਹਿੰਦੇ ਹੱਸਣਦਿਆਂ, ਖਿਲੰਦਿਆਂ, ਪਹਿਨੰਦਿਆਂ, ਖਾਵੰਦਿਆਂ ਵਰਤ ਨਹੀਂ ਰੱਖਣੇ। ਉਦਾਸ ਹੋ ਕੇ ਘਰੋਂ ਨਿਕਲ ਨਹੀਂ ਜਾਣਾ, ਹੱਸਣਦਿਆਂ ਘਰ ਵਿੱਚ ਵਸਦਿਆਂ। ਕੱਪੜੇ ਤਿਆਗ ਨਹੀਂ ਦੇਣੇ, ਸਵਾਹ ਨਹੀਂ ਮਲਣੀ, ਪਹਿਨੰਦਿਆਂ। ਇਸ ਤਰ੍ਹਾਂ ਲੋੜ ਮੁਤਾਬਕ ਭੋਜਨ ਛਕ ਕੇ ਘਰ ਵਿੱਚ ਰਹਿੰਦਿਆਂ ਹੀ ਉਹਨੂੰ ਪਾਇਆ ਜਾ ਸਕਦਾ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਵਈਏ ਵਿੱਚ ਗਿਆਨ ਬਖਸ਼ਿਸ਼ ਕੀਤਾ ਸਾਨੂੰ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਦਇਆ ਕਰਨੀ ਜੀਵਾਂ 'ਤੇ। ਸੀਲ ਸੰਤੋਖ ਸਦਾ ਨਿਰਵਾਹਿਵੋ, ਨਿਮਰਤਾ ਸਬਰ ਸੰਤੋਖ ਰੱਖਣਾ ਜੀਵਨ ਦੇ ਵਿੱਚ। ਹਵੈਵੋ ਤ੍ਰੈ ਗੁਣ ਅਤੀਤ, ਰਜੋ ਤਮੋ ਸਤੋ, ਇਹਨਾਂ ਤਿੰਨਾਂ ਗੁਣਾਂ ਤੋਂ ਉੱਚੇ ਰਹਿਣਾ। ਕਾਮ ਕ੍ਰੋਧ ਅਹੰਕਾਰ ਲੋਭ ਹੱਠ, ਇਹਨਾਂ ਔਗੁਣਾਂ ਤੋਂ ਉੱਚੇ ਰਹਿਣਾ, ਇਹਨਾਂ ਨੂੰ ਛੱਡਣਾ, ਇੱਧਰ ਨਹੀਂ ਜਾਣਾ। ਕਾਮ ਕ੍ਰੋਧ ਅਹੰਕਾਰ ਲੋਭ ਮੋਹ ਹੱਠ, ਇਹਨਾਂ ਨੂੰ ਚਿੱਤ ਵਿੱਚ ਨਹੀਂ ਲੈ ਕੇ ਆਉਣਾ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਵਾਹਿਵੋ, ਹਵੈਵੋ ਤ੍ਰੈ ਗੁਣ ਅਤੀਤ। ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਸਿਓ ਲਿਆਵੈ। ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੈ ਪਾਵੇ। ਇਹਨਾਂ ਔਗੁਣਾਂ ਤੋਂ ਬਚ ਕੇ ਅਸੀਂ ਮਾਲਕ ਨੂੰ ਘਰ ਵਿੱਚ ਰਹਿੰਦੇ ਪਾ ਸਕਦੇ ਹਾਂ। ਤਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਤੁਹਾਡੇ ਕੋਲ ਹੀ ਆ, ਉਹਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਸਭ ਘਟ ਆਪੇ ਭੋਗਣ ਹਾਰਾ, ਸਾਰਿਆਂ ਸਰੀਰਾਂ ਨੂੰ ਆਪ ਹੀ ਭੋਗਣ ਵਾਲਾ ਹੈ। ਅਲੱਖ ਵਰਤੈ ਅਗੰਮ ਅਪਾਰਾ, ਉਹ ਅਲੱਖ ਦਿਸਣ ਵਿੱਚ ਨਹੀਂ ਆਉਂਦਾ, ਪਰ ਸਾਡੇ ਸਭ ਦੇ ਅੰਦਰੋਂ ਵਰਤ ਰਿਹਾ ਹੈ। ਹਾਂ ਦੇਖਣਾ ਤੇ ਗੁਰੂ ਦੀ ਨਿਗਾਹ ਨਾਲ ਦੇਖਿਆ ਜਾ ਸਕਦਾ ਹੈ। ਗੁਰੂ ਦੱਸੂਗਾ ਕਿ ਪਰਮੇਸ਼ਰ ਦਾ ਕਿਹੜਾ ਸਰੂਪ ਹੈ। ਦੱਸਿਆ ਗੁਰੂ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਇਹ ਸ਼ਬਦ ਹੀ ਰੱਬ ਹੈ। ਅਸਲ ਵਿੱਚ ਸ਼ਬਦ ਹੀ ਤਾਂ ਤੁਹਾਡਾ ਮਾਰਗ ਦਰਸ਼ਨ ਕਰਦਾ। ਕਿ ਤੁਸੀਂ ਸ਼ਬਦ ਦੀ ਵਰਤੋਂ ਨਹੀਂ ਕਰਦੇ ਜ਼ਿੰਦਗੀ ਵਿੱਚ। ਬੱਚੇ ਦਾ ਜਨਮ ਹੋ ਜਾਵੇ, ਜਿੰਨਾ ਚਿਰ ਉਹ ਰੋਂਦਾ ਨਹੀਂ ਓਨਾ ਚਿਰ ਸਾਰਿਆਂ ਨੂੰ ਫਿਕਰ ਹੈ ਵੀ ਬੱਚੇ ਅੰਦਰ ਸ਼ਬਦ ਨਹੀਂ ਆਇਆ ਹਜੇ, ਚਾਹੇ ਉਹ ਰੋ ਕੇ ਹੀ ਸ਼ਬਦ ਪੈਦਾ ਕਰਦਾ। ਡਾਕਟਰਾਂ ਨੂੰ, ਨਰਸਾਂ ਨੂੰ, ਪਰਿਵਾਰ ਨੂੰ ਇਹ ਫਿਕਰ ਹੁੰਦਾ ਵੀ ਬੱਚਾ ਰੋਇਆ ਕਿਉਂ ਨਹੀਂ। ਉਸ ਵੇਲੇ ਰਵਾਉਣਾ ਜ਼ਰੂਰੀ ਆ, ਫਿਰ ਉਹਦੇ ਅੰਦਰ ਸ਼ਬਦ ਚੱਲਦਾ। ਜਦੋਂ ਸ਼ਬਦ ਚੱਲ ਪੈਂਦਾ ਫਿਰ ਸਾਰੇ ਹੱਸਦੇ ਆ। ਬੱਚਾ ਰੋਂਦਾ, ਪਰਿਵਾਰ ਹੱਸਦਾ ਕਿ ਬੱਚਾ ਹੋ ਗਿਆ। ਠੀਕ ਆ, ਕਬੀਰ ਸਾਹਿਬ ਜੀ ਕਹਿੰਦੇ ਹੁਣ ਇੱਦਾਂ ਕਰੀਏ। ਉਹ ਤਾਂ ਦੁਨੀਆ ਹੱਸੀ ਸੀ ਨਾ। ਹੁਣ ਕਬੀਰ ਜਬ ਹਮ ਆਏ ਜਗਤ ਮੇਂ, ਜਗ ਹੱਸੇ ਹਮ ਰੋਏ। ਐਸੀ ਕਰਨੀ ਕਰ ਚਲੋ, ਹਮ ਹੱਸੇ ਜਗ ਰੋਏ। ਭਾਵ ਜਗ ਯਾਦ ਕਰੇ ਵੀ ਯਾਰ ਫਲਾਨਾ ਆਇਆ ਸੀਗਾ, ਬੜਾ ਵਧੀਆ ਸੀ, ਚਲਿਆ ਗਿਆ। ਅਸੀਂ ਹੱਸਦੇ ਜਾਈਏ ਸੰਸਾਰ 'ਚੋਂ। ਮਾਨਸ ਜਨਮ ਦੁਲੰਭ ਗੁਰਮੁਖ ਹੋ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ। ਅਸੀਂ ਦੁਨੀਆ ਦੇ ਵਿੱਚੋਂ ਲਾਹਾ ਖੱਟ ਕੇ ਜਾਈਏ, ਗੁਰੂ ਵਾਲੇ ਬਣ ਕੇ ਜਾਈਏ, ਮਨੁੱਖਾ ਜੀਵਨ ਸਫਲਾ ਕਰੀਏ ਜਿਹੜਾ ਪ੍ਰਾਪਤ ਹੋਇਆ। ਉਦਮ ਕਰੇਂਦੇ ਆ ਜੀਓ ਤੋਂ, ਕਮਾਉਂਦੇ ਆ ਸੁੱਖ ਪੁੰਚ। ਚਾਰ ਟਾਇਰਾਂ 'ਤੇ ਗੱਡੀ ਚੱਲਦੀ ਆ, ਜੇ ਇੱਕ ਨਾ ਪਾਈਏ ਤਾਂ ਫਿਰ ਕੀ ਚੱਲ ਪੂਗੀ ਉਹ? ਤਿੰਨਾਂ 'ਤੇ ਕਿਵੇਂ ਚੱਲੂਗੀ? ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਠੀਕ ਹੈ। ਦੁਨੀਆ ਦਾ ਖਿਆਲ ਆ ਮਾਇਆ ਬਿਨਾਂ ਨਹੀਂ ਚੱਲਦੀ, ਪਰ ਨਾਮ ਤੋਂ ਬਗੈਰ ਗੁਰੂ ਬਿਨਾਂ ਇਹ ਸਫਲੀ ਵੀ ਨਹੀਂ ਹੈ। ਆਉਣ ਦਾ ਫਾਇਦਾ ਵੀ ਕੋਈ ਨਹੀਂ ਫਿਰ ਜੇ ਗੁਰੂ ਵਾਲੇ ਨਹੀਂ ਬਣਦੇ। ਪ੍ਰੀਤਮ ਜੀ ਕਹਿੰਦੇ ਜਿੰਨਾ ਚਿਰ ਮਨੁੱਖ ਉਸ ਪਰਮੇਸ਼ਰ ਨਾਲ ਨਹੀਂ ਜੁੜਦਾ, ਉਦਮ ਕਰੇਂਦੇ ਆ ਜੀਓ ਤੂੰ। ਤੜਕੇ ਉਦਮ ਕਰਦੇ ਆ ਨਾ, ਜਿਹੜੇ ਨੌਕਰੀਆਂ ਡਿਊਟੀਆਂ 'ਤੇ ਜਾਂਦੇ ਆ, ਉਹਨਾਂ ਨੂੰ ਫਿਕਰ ਹੁੰਦਾ ਟਾਈਮ ਨਾਲ ਜਾਗ ਆਉਂਦੀ ਆ, ਉੱਠਦੇ ਆ,
ਨੇਮ ਦੇ ਨਾਲ, ਰੂਟੀਨ ਦੇ ਨਾਲ ਉਹ ਇਸ਼ਨਾਨ ਕਰਦੇ ਆ, ਤਿਆਰ ਪ੍ਰਤਿਆਰ ਹੁੰਦੇ ਆ, ਉਦਮ ਕਰਦੇ ਆ। ਉਦਮ ਕਰਿੰਦੇ ਆ ਜੀਓ ਤੂੰ ਕਮਾਉਂਦੇ ਆ ਸੁੱਖ ਪੁੰਜ, ਔਰ ਮਾਇਆ ਦੀ ਕਮਾਈ ਕਰਦੇ ਆ। ਕਹਿੰਦੇ ਮਾਇਆ ਬਿਨਾਂ ਸੁੱਖ ਨਹੀਂ ਮਿਲਣੇ, ਮਾਇਆ ਬਿਨਾਂ ਸਹੂਲਤਾਂ ਕਿਵੇਂ ਪੈਦਾ ਕਰਾਂਗੇ, ਮਾਇਆ ਚਾਹੀਦੀ ਆ। ਪਰ ਨਾਲ ਬਾਬਾ ਜੀ ਅਗਲੀ ਗੱਲ ਕਹਿੰਦੇ ਆ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਲ ਨਾਲ ਧਿਆ ਵੀ, ਸਿਮਰਨ ਵੀ ਕਰਿਆ ਕਰ। ਨਾਨਕ ਉਤਰੀ ਚਿੰਤ, ਫਿਰ ਲੋਕ ਤੇ ਪਰਲੋਕ ਦੋਨਾਂ ਲੋਕਾਂ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਸੁੱਖ ਸਹੂਲਤਾਂ ਵੀ ਪਰਮੇਸ਼ਰ ਦੇ ਦੂਗਾ, ਔਰ ਅਗਲਾ ਰਸਤਾ ਵੀ ਸਾਫ਼ ਹੋ ਜਾਊਗਾ। ਇਸ ਕਰਕੇ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਿਜੇ ਸੱਚ ਸਮਾਵਨਿਆ, ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਨਿਆ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਿਆ। ਗੁਰੂ ਤੋਂ ਲੈ ਕੇ ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਲਿਆ। ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਕਿਉਂਕਿ ਸਤਿਗੁਰ ਨੇ ਇੱਕ ਹਥਿਆਰ ਦਿੱਤਾ ਸਾਨੂੰ ਮਨ ਦੇ ਨਾਲ ਯੁੱਧ ਕਰਨ ਵਾਸਤੇ, ਸ਼ਬਦ। ਕਿਉਂਕਿ ਮਨ ਦੇ ਨਾਲ ਯੁੱਧ ਕਰਨਾ ਪੈਣਾ। ਮਨ ਸਾਡਾ ਪੁੱਠੇ ਪਾਸੇ ਲੈ ਕੇ ਜਾਊਗਾ, ਅਸੀਂ ਇਹਨੂੰ ਮੋੜਨਾ। ਤੇ ਨਹੀਂ ਤਾਂ ਬੰਦਾ ਜਿਹੜਾ ਹੈ ਦਿਨ ਰਾਤ ਜਿਵੇਂ ਲੇਲਾ ਭੇਡ ਦੇ ਮਗਰ ਲੱਗਿਆ ਹੁੰਦਾ, ਇਸੇ ਤਰ੍ਹਾਂ ਇਹ ਮਨ ਲੇਲੇ ਦੀ ਨਿਆਈ ਮਨ ਮਰਜ਼ੀ ਕਰਦਾ, ਤੇ ਮਨ ਦੇ ਮਗਰੇ ਸਰੀਰ ਵੀ ਚਲਿਆ ਜਾਂਦਾ। ਇਸ ਕਰਕੇ ਕਈ ਵਾਰੀ ਮਨ ਕਿਤੇ ਫਸਾ ਵੀ ਦਿੰਦਾ। ਇਹ ਮਨ ਜਿਹੜਾ ਹੈ ਇਹ ਫਸਾ ਵੀ ਦਿੰਦਾ। ਜੇ ਸੂਰਦਾਸ ਭਗਤ ਦੀ ਗੱਲ ਕਰੀਏ ਨਾ, ਬਹੁਤ ਸੁੰਦਰ ਭਗਤ ਜੀ ਇਹ ਹੋਏ ਨੇ। ਇਹ ਬਚਪਨ ਵਿੱਚ ਅੰਨੇ ਨਹੀਂ ਸੀ, ਅੱਖਾਂ ਠੀਕ ਸੀ ਬਚਪਨ ਵਿੱਚ, ਔਰ ਇਹਨਾਂ ਨੇ ਭਗਤੀ ਆਰੰਭ ਕੀਤੀ। ਜਦੋਂ ਭਗਤੀ ਆਰੰਭ ਕੀਤੀ ਤੇ ਇੱਕ ਦਿਨ ਇਹਨਾਂ ਦੀ ਨਿਗਾਹ ਵਿੱਚ ਕੋਈ ਸੁੰਦਰ ਇਸਤਰੀ ਆਈ, ਅੱਖਾਂ ਨੇ ਵੇਖ ਲਈ, ਔਰ ਮਨ ਜਿਹੜਾ ਹੈ ਉਸ ਦੀ ਸੁੰਦਰਤਾ ਨੂੰ ਚਿਤਾਰਨ ਲੱਗ ਪਿਆ, ਉਹਦੀ ਹੀ ਸੋਚ ਕਰਨ ਲੱਗ ਪਿਆ ਦਿਨ ਰਾਤ। ਹੁਣ ਜਿੱਧਰ ਭਗਤ ਜੀ ਨੇ ਭਗਤੀ ਆਰੰਭ ਕੀਤੀ ਸੀ, ਮਨ ਪੁੱਠੇ ਪਾਸੇ ਚੱਲ ਪਿਆ। ਮਨ ਮੱਲੋ ਮੱਲੀ ਬੱਦੋ ਬੱਦੀ ਉਹਨਾਂ ਦੇ ਸਰੀਰ ਨੂੰ ਉਧਰ ਲੈ ਜਾਂਦਾ ਜਿੱਧਰੋਂ ਇਸਤਰੀ ਜਾਂਦੀ। ਬੜਾ ਕੰਮ ਖਰਾਬ ਹੋਇਆ। ਕਈ ਦਿਨ ਭਗਤ ਸੋਚਦੇ ਵੀ ਤਾਂ ਕੰਮ ਖਰਾਬ ਹੋ ਗਿਆ। ਚਲੋ ਇਹਨਾਂ ਦੀ ਉਸ ਇਸਤਰੀ ਨਾਲ ਸ਼ਾਦੀ ਹੋ ਗਈ। ਅੱਗੇ ਚੱਲ ਕੇ ਇੱਕ ਹੋਰ ਕੋਈ ਇਸਤਰੀ ਇਹਨਾਂ ਦੇ ਸੰਪਰਕ 'ਚ ਆਈ, ਤੇ ਗੁਰੂ ਪਿਆਰੋ ਇਹ ਉਸ ਦੇ ਮਗਰ ਲੱਗ ਲਿਆ। ਮਨ ਬੜਾ ਭੈੜਾ ਹੈ। ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ ਮਨ ਦੇ ਨਾਲ ਯੁੱਧ ਕਰਨਾ ਪੈਂਦਾ। ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸਮਾਵਣਿਆ। ਉਹ ਮਨ ਦੀਆਂ ਆਸ਼ਾ ਤ੍ਰਿਸ਼ਨਾ ਨੂੰ ਕੰਟਰੋਲ ਕਰਨ ਵਾਸਤੇ ਹਥਿਆਰ ਦੀ ਲੋੜ ਹੈ, ਉਹ ਹੈ ਸ਼ਬਦ। ਹੁਣ ਸੂਰਦਾਸ ਗੁਰੂ ਪਿਆਰਿਓ ਜਦੋਂ ਸਿਮਰਨ 'ਚ ਬਹਿੰਦਾ ਤੇ ਮਨ ਉਹਨਾਂ ਇਸਤਰੀਆਂ ਦੇ ਰੂਪ ਨੂੰ ਚਿਤਾਰਦਾ ਰਹਿੰਦਾ। ਭਗਤ ਜੀ ਨੇ ਸੋਚਿਆ ਵੀ ਅੱਖਾਂ ਦੀ ਗਲਤੀ ਆ। ਜੇ ਅੱਖਾਂ ਨਾ ਉਹਨਾਂ ਨੂੰ ਵੇਖਦੀਆਂ, ਇਹ ਮਨ ਨਾ ਵੇਖਦਾ, ਨਾ ਮੇਰਾ ਮਨ ਭਗਤੀ ਤੋਂ ਉਚਾਟ ਹੁੰਦਾ, ਤੇ ਮਨਾ ਤੂੰ ਤਾਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਸੀ, ਕਿੱਧਰ ਚੱਲ ਪਿਆ? ਟਿਕਦਾ ਹੀ ਨਹੀਂਗਾ, ਰੁਕਦਾ ਹੀ ਨਹੀਂਗਾ। ਇੱਕ ਦਿਨ ਭਗਤ ਜੀ ਉਹਨਾਂ ਦੇ ਘਰ ਚਲੇ ਗਏ, ਔਰ ਪਰਿਵਾਰ ਨੂੰ ਪਤਾ ਸੀ ਵੀ ਇਹ ਭਗਤ ਜੀ ਹੈ, ਬਹੁਤ ਚੰਗੇ ਬੰਦੇ ਆ। ਪਰ ਇਹ ਤਾਂ ਭਗਤ ਨੂੰ ਪਤਾ ਕਿ ਮੇਰਾ ਮਨ ਖਰਾਬ ਹੋ ਚੁੱਕਿਆ, ਕੋਈ ਸਤਨਾਮ ਵਿਗੜ ਚੁੱਕਿਆ। ਇਹਨਾਂ ਨੇ ਆਵਾਜ਼ ਮਾਰੀ। ਉਸ ਇਸਤਰੀ ਦੇ ਘਰ ਵਾਲਾ ਗੇਟ 'ਤੇ ਆਇਆ, ਵੇਖਿਆ ਸੂਰਦਾਸ ਜੀ ਨੂੰ। ਪੁੱਛਦੇ ਆ, ਆਓ ਭਗਤ ਜੀ ਕਿਵੇਂ ਆਏ? ਕਹਿੰਦੇ ਕੰਮ ਸੀ ਥੋੜ੍ਹਾ ਜਿਹਾ, ਅੰਦਰ ਆ ਜਾਈਏ? ਕਹਿੰਦੇ ਆ ਜਾਓ ਆ ਜਾਓ। ਠੀਕ ਆ, ਤੁਹਾਡੀ ਪਤਨੀ ਘਰੇ ਆ?
ਕਹਿੰਦੇ ਹਾਂ ਜੀ ਘਰੇ ਹੀ ਆ। ਉਹਨਾਂ ਨੂੰ ਜਾ ਕੇ ਅੰਦਰ ਲੈ ਗਏ, ਪਲੰਘੇ 'ਤੇ ਬਿਠਾਇਆ। ਕਹਿੰਦੇ ਥੋੜ੍ਹੀ ਜਿਹੀ ਸੇਵਾ ਕਰਨੀ ਸੀ। ਕਹਿੰਦੇ ਕੀ ਸੇਵਾ ਦੱਸੋ? ਕਹਿੰਦੇ ਵੀ 2 ਤੱਕਲੇ ਗਰਮ ਕਰੋ ਚੁੱਲ੍ਹੇ 'ਚ। ਕਹੋ ਸਤਨਾਮ ਸੀ। ਉਹਨਾਂ ਦੇ ਘਰ ਜਾ ਕੇ ਕਹਿੰਦੇ 2 ਸੂਏ ਗਰਮ ਕਰਕੇ ਲਿਆਓ। ਉਹਨਾਂ ਨੇ ਸੋਚਿਆ ਵੀ ਪਤਾ ਨਹੀਂ ਕੀ ਕਰਨੇ ਆ ਸੂਏ ਗਰਮ ਕਰਕੇ। ਉਹਨਾਂ ਨੇ ਸੂਏ ਗਰਮ ਕਰਕੇ ਚੁੱਲ੍ਹੇ ਵਿੱਚ ਲਿਆ ਕੇ ਦੋਨੇ ਫੜਾਤੇ ਤੇ ਭਗਤ ਜੀ ਨੇ ਕਰਕੇ ਪਰਮੇਸ਼ਰ ਨੂੰ ਯਾਦ ਦੋਨੇ ਸੂਏ ਅੱਖਾਂ 'ਚ ਗੱਡ ਲਏ। ਕਹੋ ਸਤਨਾਮ ਸੀ। ਗੱਡੇ ਗਏ ਜਦੋਂ ਨੂੰ, ਉਦੋਂ ਨੂੰ ਪਤਾ ਲੱਗਿਆ ਫਿਰ ਕੀ ਉਸਦਾ ਅੱਖਾਂ ਫੁੱਟ ਗਈਆਂ, ਅੱਖਾਂ ਬੰਦ ਹੋ ਗਈਆਂ। ਕਹਿੰਦੇ ਹੁਣ ਠੀਕ ਆ। ਉਹ ਪਰਿਵਾਰ ਕਹਿੰਦਾ ਬਾਬਾ ਜੀ ਇਹ ਕੀ ਕਰਤਾ ਤੁਸੀਂ? ਕਹਿੰਦੇ ਸੋਨੂੰ ਨਹੀਂ ਪਤਾ, ਇਹਦੇ ਬਿਨਾਂ ਇਹ ਲੋਟ ਹੀ ਨਹੀਂ ਆਉਂਦਾ ਸੀ। ਕਹੋ ਸਤਨਾਮ ਸੀ। ਪਰਿਵਾਰ ਨੇ ਇਲਾਜ ਲੂਜ ਕਰਾਤਾ। ਚਲੋ ਅੱਖਾਂ ਤਾਂ ਆਨਾ ਤਾਂ ਫੁੱਟ ਗਿਆ, ਹੁਣ ਦੇਖਦਾ ਨਹੀਂ, ਉਹ ਅੱਖਾਂ ਬੰਦ ਹੋ ਗਈਆਂ। ਫਿਰ ਕਹਿੰਦੇ ਸੂਰਦਾਸ ਦੀ ਭਗਤੀ ਸਹੀ ਚੱਲੀ। ਹੁਣ ਇਹਦਾ ਮਤਲਬ ਨਹੀਂ ਆਪਾਂ ਅੱਖਾਂ ਭੰਨ ਲਈਏ। ਗੁਰੂ ਸਾਹਿਬ ਨੇ ਸਾਨੂੰ ਗਿਆਨ ਦੇ ਨਾਲ ਮਨ ਨੂੰ ਮੋੜਨ ਦਾ ਢੰਗ ਵੀ ਦੱਸਿਆ। ਕਹੋ ਸਤਨਾਮ ਸੀ। ਸ਼ਬਦ ਸੂਝੈ ਤਾਂ ਮਨ ਸਿਓ ਲੂਝੈ। ਲੜਾਈ ਤਾਂ ਮਨ ਨਾਲ ਹੋਊਗੀ। ਪਾਤਸ਼ਾਹ ਨੇ ਕਿਹਾ ਖਾਲਸੇ ਦੀ ਹਮੇਸ਼ਾ ਜੰਗ ਚੱਲਦੀ ਆ। ਜਿਹਨੇ ਖਾਲਸ ਰਹਿਣਾ ਹੈ, ਜਿਹਨੇ ਪਵਿੱਤਰ ਰਹਿਣਾ, ਉਹਨੂੰ ਹਮੇਸ਼ਾ ਜੰਗ ਕਰਨੀ ਪੈਣੀ ਹੈ। ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਚੜ੍ਹੈ ਤੁਰੰਗ, ਖਾਲਸਾ ਮੇਰੋ ਸੱਜਣ ਸੂਰਾ। ਇਸ ਤਰ੍ਹਾਂ ਖਾਲਸੇ ਦੀ ਮਹਿਮਾ ਵਿੱਚ ਇਹ 2 ਪੰਕਤੀਆਂ ਵੀ ਲਿਖੀਆਂ ਕਿ ਖਾਲਸੇ ਨੂੰ ਹਮੇਸ਼ਾ ਜੰਗ ਕਰਨੀ ਪੈਂਦੀ ਹੈ। ਔਰ ਕਮਾਲ ਦੀ ਗੱਲ ਹੈ, ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਨੂੰ ਆਪਣੇ ਹੱਕ ਲੈਣ ਵਾਸਤੇ ਹਮੇਸ਼ਾ ਜੰਗ ਕਰਨੀ ਪਈ। ਛੋਟੇ ਤੋਂ ਛੋਟੇ ਕੰਮ ਵਾਸਤੇ, ਵੱਡੇ ਤੋਂ ਵੱਡੇ ਕੰਮ ਵਾਸਤੇ। ਬਾਹਰੀ ਤੌਰ 'ਤੇ ਗੱਲ ਕਰੀਏ ਤਾਂ ਵੀ ਦੇਖੋ ਆਪਾਂ ਨੂੰ ਜੰਗ ਕਰਨੀ ਪੈਂਦੀ ਆ। ਕਿਸਾਨ ਜੰਗ ਕਰ ਰਹੇ ਆ, ਪੰਜਾਬੀ ਸੂਬਾ ਬਣਾਉਣ ਵਾਸਤੇ ਜੰਗ ਕਰਨੀ ਪਈ, ਜੇਲ੍ਹਾਂ ਭਰਨੀਆਂ ਪਈਆਂ। ਬਾਦਸ਼ਾਹ ਕਹਿੰਦੇ ਖਾਲਸੇ ਨੂੰ ਹਮੇਸ਼ਾ ਹੀ ਜੰਗ ਕਰਨੀ ਪੈਂਦੀ ਹੈ। ਆ ਹਰਿਮੰਦਰ ਸਾਹਿਬ ਤੋਂ ਬਰੋਡਕਾਸਟ ਕਰਨ ਵਾਸਤੇ ਉਦੋਂ ਰੇਡੀਓ 'ਤੇ ਬਾਣੀ ਨਹੀਂ ਸੀ ਚੱਲਦੀ। ਸਰਕਾਰਾਂ ਨੂੰ ਕਈ ਵਾਰੀ ਕਿਹਾ ਵੀ ਹਰਿਮੰਦਰ ਸਾਹਿਬ ਤੋਂ ਰੇਡੀਓ 'ਤੇ ਲਾਈਵ ਚਲਾ ਦਿਓ, ਚਲਾਇਆ ਹੀ ਨਾ, ਕਿਉਂਕਿ ਸਰਕਾਰਾਂ ਖਿਲਾਫ ਹੈ, ਕਲਯੁਗ ਖਿਲਾਫ ਹੈ, ਸੱਚ ਦੇ ਝੂਠ ਖਿਲਾਫ ਚੱਲਦਾ ਹਮੇਸ਼ਾ। ਉਹਨਾਂ ਨੇ ਉੱਥੋਂ ਲਾਈਵ ਬਰੋਡਕਾਸਟ ਨਹੀਂ ਕੀਤਾ ਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ 'ਤੇ ਦੂਜੇ ਦਿਨ ਉੱਥੋਂ ਚਾਲੂ ਕਰਤਾ ਲਾਈਵ। ਕਹੋ ਸਤਨਾਮ ਸ੍ਰੀ। ਫਿਰ ਸਰਕਾਰ ਨੇ, ਉਸਨੇ ਜਿਹੜੀ 84 ਦੇ ਮੌਕੇ ਦੀ ਸਰਕਾਰ ਸੀ, ਫਿਰ ਉੱਥੋਂ ਲਾਈਵ ਵੀ ਕਰਤਾ ਰੇਡੂਏ 'ਤੇ। ਪਹਿਲਾਂ ਲਾਈਵ ਨਹੀਂ ਕੀਤਾ, ਕਹਿੰਦੇ ਰਹੇ ਬਹੁਤ। ਖੈਰ ਇਹ ਬਾਹਰ ਦਾ ਜੰਗ ਹੈ ਤੇ ਸਾਡੇ ਅੰਦਰ ਵੀ ਜੰਗ ਚੱਲਦਾ। ਅੰਦਰ ਮਨ ਦੇ ਨਾਲ ਜੰਗ ਚੱਲਦਾ। ਰਵਿਦਾਸ ਜੀ ਦਾ ਵੀ ਮਨ ਦੇ ਨਾਲ ਜੰਗ ਰਹਿੰਦਾ ਸੀਗਾ। ਕਬੀਰ ਸਾਹਿਬ ਜੀ ਦਾ ਵੀ ਮਨ ਦੇ ਨਾਲ ਜੰਗ ਰਿਹਾ। ਤੇ ਅਖੀਰ ਗੁਰੂ ਪਿਆਰਿਓ, ਸੂਰਦਾਸ ਜੀ ਨੇ ਆਪਣੇ ਜਿਹੜੀਆਂ ਅੱਖਾਂ ਸੀ ਉਹ ਬੰਦ ਕਰ ਲਈਆਂ, ਸੂਇਆਂ ਦੇ ਨਾਲ ਬੰਦ ਕਰਤੀਆਂ। ਕਹਿੰਦੇ ਮੈਂ ਤਾਂ ਐਦਾਂ ਮਨ ਨੂੰ ਵਸ ਕੀਤਾ ਭਾਈ। ਸੂਰਦਾਸ ਮਨ ਪ੍ਰਭ ਹੱਥ ਦੀਨੋ, ਲੀਨੋ ਇਹ ਪਰਲੋ। ਸੂਰਦਾਸ ਨੇ ਆਪਣਾ ਮਨ ਪਰਮੇਸ਼ਰ ਦੇ ਹੱਥ ਦਿੱਤਾ ਤਾਂ ਜਾ ਕੇ ਪਰਮੇਸ਼ਰ ਦਾ ਘਰ ਲੱਭਿਆ। ਇਹ ਕੁਝ ਪੰਕਤੀਆਂ ਭਗਤ ਸੂਰਦਾਸ ਜੀ ਦੀਆਂ ਇੱਕ ਸ਼ਬਦ ਬਾਣੀ ਦੇ ਵਿੱਚ ਦਰਜ ਕੀਤਾ ਗੁਰੂ ਸਾਹਿਬਾਨ ਨੇ। ਕਹੋ ਸਤਨਾਮ ਸ੍ਰੀ। ਤਾਂ ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸਮਾਵਣਿਆ। ਜਦੋਂ ਸਾਨੂੰ ਸ਼ਬਦ ਮਿਲਦਾ, ਗੁਰੂ ਦੇ ਕੋਲੋਂ ਗਿਆਨ ਮਿਲਦਾ, ਤਾਂ ਫਿਰ ਜੰਗ ਹੁੰਦਾ ਮਨ ਦੇ ਨਾਲ। ਤੇ ਜੰਗ ਕਰਦੇ ਹੋਏ ਮਨ ਦੀਆਂ ਆਸ਼ਾ ਤ੍ਰਿਸ਼ਨਾ ਨੂੰ ਜਿੱਥੋਂ ਪੈਦਾ ਹੁੰਦੀਆਂ ਉੱਥੇ ਰੋਕਣੀਆਂ ਪੈਂਦੀਆਂ। 9ਵੇਂ ਪਾਤਸ਼ਾਹ ਦਾ ਬਚਨ ਯਾਦ ਕਰੋ ਕਿ ਜੇ ਤੂੰ ਬਹੁਤਾ ਹੀ ਸਿਆਣਾ ਹੈ ਨਾ, ਜੇ ਤੂੰ ਚਤਰ ਸੁਜਾਨ ਹੈ ਆਪਣਾ ਮੂਲ ਪਛਾਣ। ਜੇ ਤੂੰ ਸਿਆਣਾ ਤੇ ਆਪਣੇ ਆਪ ਨੂੰ ਪਛਾਣ, ਤੂੰ ਕੌਣ ਹੈ, ਕਿੱਥੋਂ ਆਇਆ, ਕੀ ਲੈਣ ਆਇਆ। ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਿੱਥੋਂ ਤੂੰ ਪੈਦਾ ਹੋਇਆ ਵਾਪਸ ਉੱਥੇ ਸਮਾ।
ਲੀਨ ਹੋਣਾ, ਸਮਾ ਜਾਣਾ। ਮਨਾ ਜਿੱਥੋਂ ਤੂੰ ਪ੍ਰਗਟ ਹੋਇਆ ਉੱਥੇ ਸਮਾ, ਭਾਵ ਅਸੀਂ ਮਨ ਪਰਮੇਸ਼ਰ 'ਚੋਂ ਆਇਆ ਸਾਡਾ, ਪਰ ਇੱਥੇ ਆ ਕੇ ਕਲਯੁਗ ਦੇ ਹੱਥੇ ਚੜ੍ਹ ਗਿਆ। ਜਿਵੇਂ ਕੋਈ ਸਾਡਾ ਬੱਚਾ ਮਾੜੇ ਬੱਚਿਆਂ ਦੀ ਸੰਗਤ ਵਿੱਚ ਚਲਿਆ ਜਾਵੇ, ਇਸੇ ਤਰ੍ਹਾਂ ਹੀ ਇਹਨੂੰ ਮਾੜੀ ਸੰਗਤ ਮਿਲ ਗਈ। ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਪਾਣੀ ਦੀਆਂ ਤਰੰਗਾਂ ਸਮੁੰਦਰ 'ਚੋਂ ਪੈਦਾ ਹੁੰਦੀਆਂ, ਕਿਨਾਰੇ ਵੱਲ ਆਉਂਦੀਆਂ, ਉਹਨਾਂ ਨੂੰ ਅਸੀਂ ਤਰੰਗਾਂ ਕਹਿੰਦੇ ਹਾਂ, ਲਹਿਰਾਂ ਕਹਿੰਦੇ ਹਾਂ। ਕਿਨਾਰੇ ਨਾਲ ਵੱਜ ਕੇ ਵਾਪਸ ਜਾਂਦੀਆਂ, ਖਤਮ ਹੋ ਜਾਂਦੀਆਂ, ਉਹ ਫਿਰ ਸਮੁੰਦਰ ਹੋ ਜਾਂਦੀਆਂ। ਆਪਾਂ ਤਰੰਗਾਂ ਹਾਂ, ਪਰਮੇਸ਼ਰ ਸਮੁੰਦਰ ਹੈ। ਆਪਾਂ ਉਹ 'ਚੋਂ ਬਾਹਰ ਨਿਕਲ ਗਏ, ਵਾਪਸ ਉਹਦੇ ਵਿੱਚ ਹੀ ਜਾਣਾ। ਆਪਾਂ ਬੁਲਬੁਲੇ ਹਾਂ, ਪਾਣੀ ਵਿੱਚ ਬੁਲਬੁਲੇ ਪੈਦਾ ਹੁੰਦੇ ਆ ਨਾ ਜਦ ਮੀਂਹ ਪੈਂਦਾ, ਕਿ ਉਹ ਬੁਲਬੁਲੇ ਦੀ ਜ਼ਿੰਦਗੀ ਕਿੰਨੀ ਕੁ ਹੁੰਦੀ ਆ, ਇੰਨੀ ਕੀ ਆਪਣੀ ਆ। ਹਮ ਆਦਮੀ ਹਾਂ ਇੱਕ ਦਵੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਇਹ ਨਾਨਕ ਬੇਨਤੀ ਕਰਦਾ ਹੈ, ਆਓ ਉਹਨੂੰ ਸਿਮਰੀਏ ਜਿਹਨੇ ਸਾਨੂੰ ਸਰੀਰ ਦਿੱਤਾ, ਜੀਵ ਦਿੱਤਾ, ਪ੍ਰਾਣ ਦਿੱਤੇ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸ਼ਬਦ ਸੂਝੈ ਤਾਂ ਮਨ ਸਿਓ ਲੂਝੈ। ਮਨ ਦੇ ਨਾਲ ਲੜਾਈ ਕਰਨ ਦਾ ਢੰਗ ਗੁਰੂ ਕੋਲੋਂ ਸਮਝੋ। ਵਰਤ ਨਹੀਂ ਰੱਖਣੇ, ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ, ਭੁੱਖੇ ਨਹੀਂ ਰਹਿਣਾ, ਅਨੀਂਦਰੇ ਨਹੀਂ ਰਹਿਣਾ। ਜੰਗਲਾਂ ਵਿੱਚ ਕੁਝ ਐਸੇ ਵੀ ਹੈ ਜੋਗੀ ਸਾਧੂ ਜੋ ਦਰਖਤਾਂ ਨਾਲ ਲਮਕਦੇ ਆ, ਆਪਣੇ ਕੱਛਾਂ ਦੇ ਵਿੱਚੋਂ ਰੱਸਾ ਪਾ ਕੇ ਜਾਂ ਫੱਟੀ ਦੇ ਉੱਤੇ ਲਮਕੀ ਜਾਂਦੇ ਆ, ਨੀਂਦ ਨਾ ਆਵੇ। ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਜੀ ਤੁਸੀਂ ਦੱਸੋ, ਤੇ ਉਹ ਕਹਿੰਦੇ ਵੀ ਐਦਾਂ ਕਰੋ, ਜੇ ਪਰਮੇਸ਼ਰ ਨੂੰ ਪਾਉਣਾ ਤਾਂ ਕਿੱਦਾਂ ਮਹਾਰਾਜ? ਸਵਈਆ ਅਲਪ ਆਹਾਰ, ਥੋੜਾ ਖਾਣਾ, ਖਾਣੇ ਬਿਨਾ ਸਰਨਾ ਨਹੀਂਗਾ, ਥੋੜਾ ਖਾਣਾ। ਸੁਲਪਸੀ ਨਿੰਦਰਾ, ਥੋੜਾ ਸੋਣਾ। ਦਇਆ ਸ਼ਿਮਾ ਧਨ ਪ੍ਰੀਤ, ਜੀਵਨ ਦੇ ਵਿੱਚ ਦਇਆ, ਨਿਮਰਤਾ, ਮਾਫ ਕਰਨਾ। ਸੀਲ ਸੰਤੋਖ, ਸਬਰ ਸੰਤੋਖ। ਸਦਾ ਨਿਰਵਾਹਿਬੋ, ਇਹ ਜੀਵਨ ਵਿੱਚ ਧਾਰ ਲਓ। ਹਵੈਬੋ ਤ੍ਰੈ ਗੁਣ ਅਤੀਤ, ਰਜੋ ਤਮੋ ਸਤੋ ਤੋਂ ਉੱਚੇ ਉੱਠੋ। ਕਾਮ ਕ੍ਰੋਧ ਅਹੰਕਾਰ ਲੋਭ ਹਠ, ਇਹ ਵਿਕਾਰ। ਮੋਹ ਨਾ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੇ ਪਾਵੇ। ਤੇ ਗੱਲ ਤਾਂ ਅੰਦਰ ਦੀ ਹੈ, ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ ਹੈ। ਕੋਈ ਸਤਨਾਮ ਸ੍ਰੀ। ਇਸ ਕਰਕੇ ਬਾਬਾ ਜੀ ਕਹਿੰਦੇ, ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸਮਾਵਣਿਆ ਰਹਾਓ। ਰਹਾਓ ਕਹਿੰਦੇ ਆ ਰੁਕੋ। ਰਹਾਓ ਦਾ ਮਤਲਬ ਹੁੰਦਾ ਰੁਕੋ। ਜਿਹੜਾ ਪਿੱਛੇ ਪੜ੍ਹਿਆ ਪਹਿਲਾਂ ਇਹਨੂੰ ਵਿਚਾਰੋ, ਫਿਰ ਅੱਗੇ ਚੱਲੋ। ਰਹਾਓ ਦੀ ਪੰਕਤੀ ਜਿਹੜੀ ਹੁੰਦੀ ਹੈ ਨਾ, ਇਹ ਸ਼ਬਦ ਦਾ ਮੇਨ ਭਾਵ ਹੁੰਦਾ ਇਹਦੇ ਵਿੱਚ। ਰਹਾਓ ਪੰਜ ਦੂਤ ਮੋਹੇ ਸੰਸਾਰਾ, ਇਹ ਸਾਰੇ ਸੰਸਾਰ ਨੂੰ ਇਹਨਾਂ ਪੰਜਾਂ ਠੱਗਾਂ ਨੇ ਠੱਗਿਆ ਹੋਇਆ। ਮੋਹਣਾ ਹੁੰਦਾ ਠੱਗਣਾ। ਪੰਜ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਾ ਸਾਰਾ। ਇਸ ਮਨਮਤ ਕਰਕੇ ਅੰਨੇ ਮਨੁੱਖ ਨੂੰ, ਅੰਨਾ ਤਾਂ ਨਹੀਂ ਹੈ ਪਰ ਵਾਸ਼ਨਾ ਵਿੱਚ ਅੰਨਾ ਹੋ ਜਾਂਦਾ। ਜਿਵੇਂ ਸੂਰਦਾਸ ਜੀ ਪਹਿਲਾਂ ਅੰਨੇ ਨਹੀਂ ਸੀਗੇ, ਉਹਨਾਂ ਦੀਆਂ ਅੱਖਾਂ ਦੇ ਨਾਲ ਦਿਸਦਾ ਸੀਗਾ ਜਦੋਂ ਜੰਮੇ ਸੀ, ਭਗਤੀ ਵਿੱਚ ਪੈ ਗਏ, ਲੇਕਿਨ ਮਨ ਇੱਕ ਦਿਨ ਕਿਸੇ ਇਸਤਰੀ ਨੂੰ ਵੇਖ ਕੇ ਉਹਦੇ ਰੂਪ ਨੂੰ ਹੀ ਦੇਖਣ ਲੱਗਿਆ, ਸੁਚੇਤ ਕਰਨ ਲੱਗਿਆ, ਯਾਦ ਕਰਨ ਲੱਗਿਆ। ਅਖੀਰ ਭਗਤ ਜੀ ਨੇ ਆਪਣੀਆਂ ਅੱਖਾਂ ਹੀ ਬੰਦ ਕਰ ਲਈਆਂ ਸੂਏ ਮਾਰ ਕੇ। ਕਹੋ ਸਤਨਾਮ ਸ੍ਰੀ। ਤੇ ਬੰਦਾ ਜਿਹੜਾ ਹੈ ਵਾਸ਼ਨਾ ਵਿੱਚ ਅੰਨਾ ਹੈ, ਮੋਹ ਵਿੱਚ ਅੰਨਾ ਹੈ, ਵਿਸ਼ੇ ਵਿਕਾਰਾਂ 'ਚ ਅੰਨਾ ਹੈ। ਇਸ ਕਰਕੇ ਇੱਥੇ ਪਾਤਸ਼ਾਹ ਨੇ ਅੰਨੇ ਕਿਹਾ ਬੰਦੇ ਨੂੰ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੀਂ। ਉਹ ਅੰਨੇ ਨਹੀਂ ਜਿਨ੍ਹਾਂ ਦੇ ਮੂੰਹ 'ਤੇ ਅੱਖਾਂ ਹੈ ਨਹੀਂ। ਅੰਧੇ ਸਈ ਨਾਨਕਾ ਜੀ ਖਸਮੋ ਕੁੱਥੇ ਜਾਹੇ। ਅੰਨੇ ਉਹ ਹੈ ਜਿਹੜੇ ਦੁਨੀਆ ਵਿੱਚ ਬੰਦਾ ਬਣ ਕੇ ਤਾਂ ਆਏ, ਪਰ ਬੰਦੇ ਵਾਲਾ ਕਰਮ ਨਹੀਂ ਕੀਤਾ। ਬੰਦਾ ਹੋਏ ਸੋ ਬੰਦਗੀ ਗਾਹੈ, ਬੰਦਕ ਹੋਏ ਬੰਦ ਸੁਧ ਲਹੈ। ਬੰਦਾ ਬਣ ਕੇ ਬੰਦੇ ਵਾਲਾ ਕੰਮ ਨਹੀਂ ਕੀਤਾ ਗਾ। ਇਸ ਕਰਕੇ ਮਨੁੱਖ ਦਾ ਫਰਜ਼ ਹੈ ਗੁਰੂ ਵਾਲੇ ਬਣ ਕੇ ਉਸ ਮਾਰਗ ਨੂੰ ਪ੍ਰਾਪਤ ਕਰਨਾ, ਉਸ ਕੰਮ ਨੂੰ ਪ੍ਰਾਪਤ ਕਰਨਾ ਜਿਸ ਕੰਮ ਲਈ ਦੇਹੀ ਮਿਲੀ ਆ।
ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਦਾ। ਪ੍ਰੀਤਮ ਜੀ ਕਹਿੰਦੇ ਪੰਜ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੁਧ ਨਾ ਸਾਰਾ। ਨਾ ਹੋਸ਼ ਹੈ ਨਾ ਗਿਆਨ ਹੈ, ਇਸ ਨੂੰ ਸਾਰ ਹੁੰਦਾ ਗਿਆਨ, ਤਤ ਗਿਆਨ। ਅਸਲੀਅਤ ਦੀ ਜਾਣਕਾਰੀ ਵੀ ਨਹੀਂ ਹੈ ਕਿ ਮੈਂ ਕੌਣ ਹਾਂ, ਕਿੱਥੋਂ ਆਇਆ, ਕੀ ਲੈਣ ਆਇਆ, ਮੈਂ ਸਰੀਰ ਦੇ ਵਿੱਚ ਕਿੱਥੇ ਹਾਂ। ਆ ਮੇਰਾ ਸਿਰ ਹੈ, ਆ ਮੇਰੇ ਹੱਥ ਹੈ, ਆ ਮੇਰੇ ਪੈਰ ਹੈ, ਤੇ ਮੈਂ ਕਿੱਥੇ ਹਾਂ, ਇਹਦੀ ਖੋਜ ਕਰਨੀ ਚਾਹੀਦੀ ਆ। ਜਿਹੜਾ ਮੇਰਾ ਨਾਂ ਰੱਖਿਆ ਇਹ ਵੀ ਦੁਨੀਆ ਨੇ ਰੱਖਿਆ ਜਦੋਂ ਮੈਂ ਦੁਨੀਆ 'ਚ ਆਇਆ, ਜਾਣ ਪਛਾਣ ਵਾਸਤੇ। ਜੇ ਨਾਂ ਨਾ ਰੱਖੇ ਹੁੰਦੇ ਪਤਾ ਨਹੀਂ ਲੱਗਦਾ, ਫਿਰ ਸਾਰੇ ਬੰਦੇ ਹੀ ਸੀਗੇ। ਕਹੋ ਸਤਨਾਮ ਸ੍ਰੀ। ਨਾਂ ਦੁਨੀਆ ਨੇ ਰੱਖਿਆ, ਜਿੰਨਾ ਚਿਰ ਦੁਨੀਆ ਵਿੱਚ ਰਵਾਂਗੇ ਉਹਨਾਂ ਚਿਰ ਨਾਂ ਚੱਲੂਗਾ, ਮੁੜ ਕੇ ਵੀ ਖਤਮ ਹੋ ਜਾਊਗਾ। ਫਿਰ ਮੈਂ ਕੌਣ ਹਾਂ, ਕਿੱਥੋਂ ਆਇਆ, ਇਹਦੀ ਜਾਣਕਾਰੀ ਬੰਦਿਆਂ ਨੂੰ ਜਿਉਂਦੇ ਜਿਉਂਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ ਲੈ ਲੈਣੀ ਚਾਹੀਦੀ ਹੈ। ਮਨਮੁਖ ਅੰਧੇ ਸੁਧ ਨਾ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰੱਖੈ। ਜਦ ਸਿਆਣੇ ਬੰਦੇ ਆਪਦਾ ਘਰ ਲੁੱਟਣ ਤੋਂ ਬਚਾਉਂਦੇ ਆ, ਕਿ ਤੁਸੀਂ ਆਪਦੇ ਘਰ ਦਾ ਖਿਆਲ ਨਹੀਂ ਰੱਖਦੇਗੇ। ਜਿਹੜਾ ਸੰਸਾਰੀ ਘਰ ਹੈ ਇੱਟਾਂ ਦਾ, ਜਿੱਥੇ ਤੁਹਾਡੀ ਪੇਟੀ ਪਈ ਹੈ, ਜਿਹਦੇ ਵਿੱਚ ਸੋਨਾ ਪਿਆ, ਰੁਪਈਏ ਪਏ ਆ, ਪੈਸੇ ਪਏ ਆ, ਸਮਾਨ ਪਿਆ, ਤੁਸੀਂ ਉਹਦਾ ਖਿਆਲ ਨਹੀਂ ਰੱਖਦੇਗੇ। ਉਹਦਾ ਖਿਆਲ ਤਾਂ ਰੱਖਦੇ ਹੋ, ਪਰ ਇਹਦਾ ਖਿਆਲ ਨਹੀਂ ਰੱਖਦੇ ਜਿਹਦੇ ਵਿੱਚ ਪੰਜ ਚੋਰ ਬੜੇ ਹੋਏ ਆ। ਕੋ ਸਤਨਾਮ ਸ੍ਰੀ। ਕਦੇ ਕਾਮ ਖਿੱਚ ਕੇ ਲੈ ਜਾਂਦਾ, ਕਦੇ ਕ੍ਰੋਧ ਕੰਮ ਵਿਗਾੜ ਦਿੰਦਾ, ਕਦੇ ਹੰਕਾਰ ਕਰ ਲੈਂਦਾ, ਕਦੇ ਮੋਹ ਮਮਤਾ ਵਿੱਚ ਆਪਣਾ ਸਮਾਂ ਬਰਬਾਦ ਕਰ ਲੈਂਦਾ। ਇਹਨੂੰ ਕੋਈ ਨਹੀਂ ਸੰਭਾਲਦਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ, ਦਸਤਗੀਰੀ ਨਾ ਹੈ। ਦੁਨੀਆ ਸਿਰਫ ਇੱਕ ਮੇਲਾ ਹੈ ਕਿ ਇਹਦੇ ਹੱਥ 'ਚ ਫੜਿਆ ਨਹੀਂ, ਤੂੰ ਆਪ ਦਾ ਖਿਆਲ ਰੱਖ। ਪਰ ਬੰਦਾ ਆਪ ਦਾ ਖਿਆਲ ਕਿੱਥੇ ਰੱਖਦਾ, ਦੂਜਿਆਂ ਦਾ ਖਿਆਲ ਰੱਖਦਾ। ਕਬੀਰ ਸਾਹਿਬ ਵੀ ਕਹਿੰਦੇ ਆ, ਕਬੀਰ ਸਾਹਿਬ ਜੀ ਕਿਵੇਂ ਕਹਿੰਦੇ ਆ, ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ। ਜਿਵੇਂ ਕੋਈ ਛੋਲਿਆਂ ਦੀ ਖੇਤ ਦੀ ਰਾਖੀ ਬੱਚਾ ਬਿਠਾਇਆ ਹੋਵੇ, ਉਹ ਬੱਚਾ ਤਨਖਾਹ ਲੈਣ ਵਾਸਤੇ ਨੌਕਰੀ ਕਰਦਾ, ਪਰ ਖੇਤ ਤਾਂ ਮਾਲਕ ਦਾ ਹੈ ਨਾ, ਛੋਲੇ ਤਾਂ ਮਾਲਕ ਲੈ ਜਾਊਗਾ। ਕੋਈ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਅਸੀਂ ਦੁਨੀਆ ਵਿੱਚ ਤਾਂ ਆ ਗਏ, ਪਰ ਆਪ ਦਾ ਖਿਆਲ ਰੱਖਣ ਦੀ ਬਜਾਏ ਅਸੀਂ ਸੰਸਾਰ ਦਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਸਾਕ ਸੰਬੰਧੀਆਂ ਦਾ ਰੱਖਦੇ ਹਾਂ। ਆਪ ਦਾ ਘੱਟ ਹੀ ਰੱਖਦੇ ਹਾਂ। ਬਈ ਮੈਂ ਕੌਣ ਹਾਂ। ਡਿਊਟੀਆਂ ਕਰਦੇ ਹਾਂ, ਕਮਾਈ ਕਰਦੇ ਹਾਂ, ਲਿਜਾ ਕੇ ਬੱਚਿਆਂ ਨੂੰ ਫੜਾ ਦਿੰਦੇ ਹਾਂ। ਖੈਰ ਫੜਾਉਣੀ ਆ ਉਹ ਤਾਂ ਆਪਾਂ, ਪਰ ਇਹਦੇ ਨਾਲ ਨਾਲ ਜਿਹੜੀ ਸਾਡੀ ਸਵਾਸਾਂ ਦੀ ਪੂੰਜੀ ਖਤਮ ਹੁੰਦੀ ਜਾ ਰਹੀ ਹੈ। 24 ਘੰਟਿਆਂ ਵਿੱਚ 24,000 ਸਵਾਸ ਖਤਮ ਹੁੰਦਾ ਜਾ ਰਿਹਾ ਹੈ। ਉਹਦਾ ਮੁੱਲ ਇੰਨਾ ਕੀ ਪਾਇਆ, 200 ਰੁਪਈਆ ਦਿਹਾੜੀ, 400 ਦਿਹਾੜੀ, 500 ਦਿਹਾੜੀ, ਲੱਖ ਵੀ ਕਰ ਲਓ ਫਿਰ ਵੀ ਥੋੜ੍ਹੀ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਪ੍ਰੀਤਮ ਜੀ ਕਹਿੰਦੇ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ। ਪੰਜ ਦੂਤ ਸ਼ਬਦ ਪਚਾਵਣਿਆ। ਇਹਨਾਂ ਪੰਜਾਂ ਵਿਕਾਰਾਂ ਨੂੰ, ਪੰਜਾਂ ਦੂਤਾਂ ਨੂੰ ਸ਼ਬਦ ਨਾਲ ਭਜਾਵੇ, ਸ਼ਬਦ ਨਾਲ ਖਤਮ ਕਰੇ ਇਹਨਾਂ ਨੂੰ। ਹਾਂ ਗੁਸਾਈ ਦਾ ਪਹਿਲਵਾਨੜਾ, ਆਪਾਂ ਪਰਮੇਸ਼ਰ ਦੇ ਮੱਲ ਹਾਂ, ਆਪਾਂ ਪਹਿਲਵਾਨ ਹਾਂ। ਰੱਬ ਨੇ ਸਾਨੂੰ ਦੁਨੀਆ 'ਚ ਭੇਜਿਆ ਵੀ ਜਾਓ ਦੁਨੀਆ ਦੇਖ ਕੇ ਆਓ, ਨਾਲੇ ਤਾਂ ਤੇ ਨਾਲੇ ਜਿੱਤ ਕੇ ਆਉਣਾ। ਜ਼ਿੰਦਗੀ ਦੇ ਜਿੱਤ ਕੇ ਆਉਣੀ ਜੀਵਨ ਦੀ ਬਾਜੀ। ਗੁਰਮੁਖ ਹਾਰ ਚੱਲੇ ਜਗ ਜੀਤਾ। ਗੁਰਮੁਖ ਹਾਰ ਕੇ ਵੀ ਜੱਗ ਨੂੰ ਜਿੱਤ ਜਾਂਦੇ ਆ। ਮਨ ਜੀਤੇ ਜਗ ਜੀਤ, ਜਿੱਤ ਕੇ ਆਏ। ਪਰ ਜਦ ਇੱਥੇ ਆਏ ਤੇ ਸਾਡੇ ਐਂਟੀ ਸਾਡੇ ਨਾਲ ਘੁਲਣ ਵਾਲੇ ਪੰਜ ਆ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਮੈਂ ਪਰਮੇਸ਼ਰ ਦਾ ਪਹਿਲਵਾਨ। ਗੁਰੂ ਨੇ ਮੈਨੂੰ ਦੁਮਾਲਾ ਪੱਗ ਦਿੱਤੀ, ਭਾਵ ਬਖਸ਼ਿਸ਼ ਕੀਤੀ ਮੇਰੇ ਤੇ। ਹਾਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀ ਆ। ਦੁਨੀਆ ਮੈਨੂੰ ਵੇਖਦੀ ਆ। ਛਿੰਝ ਅਖਾੜਾ, ਜਿੱਥੇ ਪਹਿਲਾਂ ਪਹਿਲਵਾਨ ਪਿੰਡਾਂ 'ਚ ਘੁਲਣ ਆਉਂਦੇ ਸੀਗੇ, ਅੱਜ ਕੱਲ੍ਹ ਉਹ ਸਿਸਟਮ ਖਤਮ ਹੋ, ਖੇਡਾਂ ਖਤਮ ਹੋ ਗਈਆਂ, ਕਿਤੇ ਕਿਤੇ ਚੱਲਦੀਆਂ। ਹਾਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਇਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਢੋਲ ਵੱਜਦੀ ਆ ਉੱਥੇ ਅਖਾੜੇ 'ਚ।
ਤੇ ਬੰਦੇ ਦੇ ਅੰਦਰ ਰਸਾਂ ਕਸਾਂ ਦੇ ਢੋਲ ਵੱਜਦੇ ਆ। ਮੱਲ ਲੱਥੇ ਲੈਂਦੇ ਫੇਰੀਆਂ ਤੇ 4 ਮੱਲ ਆਪਣੇ ਸਾਰਿਆਂ ਦੇ 5 ਮੱਲ ਆਪਣੇ ਸਾਰਿਆਂ ਦੇ 4 ਸਪੇਰੇ ਘੁੰਮਦੇ ਆ। ਜਿਵੇਂ ਅਖਾੜੇ ਦੇ ਵਿੱਚ ਪਹਿਲਵਾਨ ਘੁੰਮਦਾ, ਕਹਿੰਦਾ ਆਓ ਕਿਹਨੇ ਘੁਲਣਾ, ਫਿਰ ਦੂਜਾ ਨਿਕਲ ਆਉਂਦਾ। ਇੱਥੇ ਤਾਂ 5 ਆ। ਮੱਲ ਲੱਥੇ ਲੈਂਦੇ ਫੇਰੀਆਂ ਤੇ ਗੁਰੂ ਨੇ ਕਿਰਪਾ ਕੀਤੀ, ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਨੇ ਥਾਪੜਾ ਦਿੱਤਾ ਨਾ ਕੰਡ, ਚੱਲ ਬਈ ਸਿੰਘਾ ਤੋਂ ਲੜ ਇਹਨਾਂ ਨਾਲ। ਜਿਵੇਂ ਗੁਰੂ ਸਾਹਿਬ ਨੇ ਲੱਖਾਂ ਦੀਆਂ ਫੌਜਾਂ ਦੇ ਨਾਲ ਕੁਝ ਸੈਂਕੜੇ ਸਿੰਘਾਂ ਨੂੰ ਲੜਾ ਕੇ ਨੇਸ ਤੋਂ ਨਬੂਤ ਕਰਤਾ। ਔਰ ਵਜੀਦੇ ਵਰਗੇ ਹੈਰਾਨ ਹੁੰਦੇ ਹੈ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਨਾ। ਇੱਕ ਦਿਨ ਐਸੀ ਜੰਗ ਹੋਈ, ਗਿਣਤੀ ਵੀ ਸਿੰਘ ਥੋੜ੍ਹੇ ਜਿਹੇ ਦਿਖਾਈ ਦਿੰਦੇ ਆ, ਪਰ ਗੁਰੂ ਸਾਹਿਬ ਨੇ ਸ਼ਹੀਦੀ ਫੌਜਾਂ ਛੱਡੀਆਂ ਦਇਆ ਸਿੰਘ ਹੋਰਾਂ ਨਾਲ, ਉਦੈ ਸਿੰਘ ਹੋਰਿਆਂ ਨਾਲ। ਉਹਨਾਂ ਸ਼ਹੀਦੀ ਫੌਜਾਂ ਨੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਫੌਜ ਨੂੰ ਐ ਲੰਮੇ ਪਾਤਾ ਵੱਢ ਵੱਢ ਕੇ। ਵਜੀਦਾ ਤੇ ਜ਼ਬਰਦਸਤ ਖਾਂ ਹੈਰਾਨ ਹੁੰਦੇ ਆ ਵੀ ਯਾਰ ਇੰਨੀ ਫੌਜ ਸਾਡੀ ਮਰੀ ਕਾਹਦੇ ਨਾਲ ਹੈ, ਸਿੰਘ ਤਾਂ ਥੋੜ੍ਹੇ ਜਿਹੇ ਦਿਖਾਈ ਦਿੰਦੇ ਆ, ਸਿੰਘ ਕੋਈ ਮਰਿਆ ਨਹੀਂ ਗਾ, ਪਰ ਇੰਨੀਆਂ ਤਲਵਾਰਾਂ ਤੇ ਢਾਲਾਂ ਚੱਲਦੀਆਂ ਦਿਖਾਈ ਦਿੰਦੀਆਂ। ਇਹ ਕੌਣ ਹੈ ਮਾਰਨ ਵਾਲਾ? ਦਿਸਦਾ ਨਹੀਂ, ਆਪਾਂ ਨਹੀਂ ਜਿੱਤ ਸਕਦੇ, ਇਹ ਤਾਂ ਕਰਾਮਾਤੀ ਹੈ। ਗੁਰੂ ਤਾਂ ਕਹੋ ਸਤਨਾਮ ਸੀ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ, ਗੁਰ ਥਾਪੀ ਦਿੱਤੀ ਕੰਡ ਜੀਓ। ਨਿਹੱਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਇਸੇ ਤਰ੍ਹਾਂ ਬਸੰਤੀ ਵਾਰ ਵਿੱਚ ਵੀ ਕਹਿੰਦੇ ਆ, ਬਸੰਤ ਕੀ ਵਾਰ ਮਹੱਲ 5ਵਾਂ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈ ਹੈ ਇਹ ਰੁੱਤ ਸੁਹਾਈ। ਵਣ ਤ੍ਰਿਣ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਿਲ ਪਾਈ। ਮਿਲ ਸਾਧੂ, ਗੁਰੂ ਨੂੰ ਮਿਲੋ, ਗੁਰੂ ਦੇ ਪਿਆਰਿਆਂ ਨੂੰ ਮਿਲੋ। ਸਾਧੂ ਸ਼ਬਦ ਚੰਗਾ, ਪਰ ਜਿਨ੍ਹਾਂ ਨੇ ਮਿਸਯੂਜ ਕੀਤਾ ਉਹ ਨਾਲੋਂ ਮਾੜਾ ਕਰਤਾ। ਮਿਲ ਸਾਧੂ ਸੁਖੀ ਉਪਜੈ, ਲੱਥੀ ਸਭ ਛਾਈ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰੋ, ਇਹ ਜਿਹੜਾ ਮੈਲਾਂ ਲੱਗੀਆਂ ਸਾਡੇ ਮਨ ਉੱਤੇ ਲੈ ਜਾਣਗੀਆਂ। ਲੱਥੀ ਸਭ ਛਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਈਆਂ ਦੇ ਵਿੱਚ ਦਇਓ ਖੜੋਆ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਤੇ ਕਿਵੇਂ ਮਨ ਨਾਲ ਜੰਗ ਕਰੀਏ? ਪ੍ਰੀਤਮ ਜੀ ਕਹਿੰਦੇ, ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ, ਪੰਜ ਦੂਤ ਸ਼ਬਦ ਪਚਾਵਣਿਆ। ਇਹ ਗੁਰਮੁਖ ਸਦਾ ਸੱਚੇ ਰੰਗ ਰਾਤੇ, ਇੱਕ ਗੁਰੂ ਵਾਲੇ ਬਣ ਕੇ ਰੰਗ ਵਿੱਚ ਰੰਗੇ ਗਏ, ਸੱਚ ਨਾਲ ਜੁੜ ਗਏ। ਸਹਿਜੇ ਪ੍ਰਭ ਸੇਵੈ ਆਂਡਿਨ ਮਾਤੇ, ਉਹ ਰੋਜ਼ਾਨਾ ਪਰਮੇਸ਼ਰ ਨੂੰ ਸਿਮਰਦੇ ਆ, ਉਹਦੇ ਰੰਗ ਵਿੱਚ ਮਸਤ ਰਹਿੰਦੇ ਨੇ। ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਮਾਲਕ ਨਾਲ ਮਿਲ ਕੇ ਉਹਦੇ ਗੁਣ ਗਾਉਂਦੇ ਨੇ। ਹਰ ਦਰ ਸ਼ੋਭਾ ਪਾਵਣਿਆ, ਉਹ ਇੱਥੇ ਵੀ ਵਡਿਆਈ ਲੈਂਦੇ ਆ, ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸ਼ੋਭਾ ਪਾਉਂਦੇ ਆ, ਉੱਥੇ ਵੀ ਵਡਿਆਈ ਮਿਲਦੀ ਆ। ਏਕਮ ਏਕੈ ਆਪ ਪਾਇਆ। ਹੁਣ ਪਰਮੇਸ਼ਰ ਨੇ ਦੁਨੀਆ ਪੈਦਾ ਕੀਤੀ ਤੇ ਪੈਦਾ ਕਰਕੇ ਇੱਕ ਇਹ ਨਾ ਖੇਡ ਬਣਾ ਲਈ। ਪਰਮੇਸ਼ਰ ਨੇ ਪਹਿਲਾਂ ਆਪਣੇ ਆਪ ਨੂੰ ਪ੍ਰਗਟ ਕੀਤਾ, ਦੁਬਦਾ ਦੂਜਾ, ਫਿਰ ਉਹਨਾਂ ਨੇ ਇਹ ਮਾਇਆ ਪੈਦਾ ਕੀਤੀ ਜਿਹਦੇ ਵਿੱਚ ਦੁਬਦਾ ਪੈਦਾ ਹੋ ਗਈ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਦੁਬਦਾ ਦੂਜਾ ਤੈ ਵਿਦ ਮਾਇਆ, ਫਿਰ ਇਹਨੇ ਦੂਜਾ ਇਹ ਜੀਵ ਪੈਦਾ ਕੀਤਾ, ਤੀਜੀ ਮਾਇਆ ਸਾਜਤੀ। ਤੇ ਇਸ ਖੇਡ ਦੇ ਵਿੱਚੋਂ ਤਿੰਨਾਂ ਗੁਣਾਂ ਦੇ ਵਿੱਚੋਂ ਚੌਥੀ ਪੌੜੀ ਗੁਰਮੁਖ ਉੱਚੀ। ਕਈਆਂ ਨੂੰ ਇਹ ਗਿਆਨ ਵੀ ਦੇਤਾ ਵੀ ਤੂੰ ਬਚ ਕੇ ਰਹੀਂ, ਕਹੋ ਸਤਨਾਮ। ਜਿਹੜੇ ਉਹਦੇ ਵੱਲ ਜਾਣਗੇ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਦਾ। ਜਿਹੜਾ ਨਹੀਂ ਆਵੇਗਾ ਫਿਰ ਉਹਦਾ ਕੀ ਕਰੇ ਉਹ ਭਾਈ? ਜਿਹੜੇ ਸ਼ਰਨ ਵਿੱਚ ਆ ਗਏ ਉਹਨਾਂ ਨੂੰ ਗਲੇ ਲਾਇਆ, ਉਹਨਾਂ ਨੂੰ ਗਿਆਨ ਦਿੱਤਾ, ਬਚ ਕੇ ਰਹੀਂ। ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਉਹ ਜਿਹੜੇ ਗੁਰਮੁਖ ਬਣ ਕੇ ਇਸ ਪੌੜੀ ਤੇ ਚੜ੍ਹ ਗਏ, ਚੌਥੀ ਪੌੜੀ ਤੇ, ਭਾਵ ਰਜ ਤਮ ਸਤ ਕਲ ਤੇਰੀ ਛਾਇਆ। ਚੌਥੇ ਗੁਣ ਪਰਮ ਪਦ ਪਾਇਆ। ਰਜੋ ਤਮੋ ਸਤੋ ਸਾਰੀ ਦੁਨੀਆ, ਕਲ ਵਾਲਾ ਗੁਣ ਹੈ, ਇਹਦੇ ਵਿੱਚ ਗੁਰਮੁਖ ਹੁੰਦੇ ਆ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਕਲਾ ਜਿਤ ਕਰ ਧਾਰੀ ਆ। ਜਿੱਥੇ ਗੁਰੂ ਵਾਲੀ ਕਲਾ ਵਰਤ ਗਈ ਉੱਥੇ ਅਨਹਰ ਵਾਜੇ ਵੀ ਵੱਜਦੇ ਆ, ਉੱਥੇ ਚੋਰਾਂ ਤੋਂ ਵੀ ਬਚਿਆ ਜਾ ਸਕਦਾ। ਨਾ ਉਹ ਮਰੇ ਨ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਉਹ ਬਚ ਜਾਂਦੇ ਆ ਨਾ ਠੱਗਾਂ ਤੋਂ, ਪੰਜਾਂ ਤੋਂ। ਪ੍ਰੀਤਮ ਜੀ ਕਹਿੰਦੇ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ। ਜਦੋਂ ਗਿਆਨ ਹੋ ਗਿਆ
फिर सारे पासे परमेश्वर दिखाई देवेगा। जिन सच जाता सो सहज समावै, जिन्हें सच की जानकारी लै ली, ज्ञान प्राप्त हो गया, वो सहजे सच विच मिल जाते हैं। गुरमुख करनी सच्चे सेवै, वो गुरु वाले बन के उन्हों की करनी भी सच्ची हो जाती है, क्योंकि करनी आपो अपनी है ना। जिन्हों की करनी चंगी होगी उन्होंने सच मिल गया। गुरमुख करनी सच्चो सेवै, साचे जाए समावने आ। तो एक दिन वो सच नूं सिमरदे सिमरदे उहदे विच जा समाउंदे आ। ये सी चार पदियां दे विचार। अगले रहिंदे चार पदियां दे विचार आपां कल नूं सरवण करांगे। हुण विचारां इत्थे रोकदे आ। बोलदियां ने अखर बाध घाट हो जांदे। सिख संगतां दे सतगुरु बख्शण जोग है, बख्श लेना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह। वाह।